ਬੀਬੀ ਗੁਰਦੀਪ ਕੌਰ ਜੀ ਸਾਡੇ ਨਾਲ ਨੇ, ਜਿਨ੍ਹਾਂ ਵੱਲੋਂ ਜੋ ਹੈ 84 ਦੇ ਜਿਹੜੇ ਦੰਗਾ ਪੀੜਿਤ ਨੇ ਉਹਨਾਂ ਦੀ ਵੱਡੀ ਆਵਾਜ਼ ਬਣ ਕੇ ਉਹ ਜੋ ਹੈ ਸੰਘਰਸ਼ ਕਰ ਰਹੇ ਨੇ। ਲਗਾਤਾਰ ਉਹਨਾਂ ਨੂੰ ਨਿਆਂ ਦੀ ਮੰਗ ਕਰ ਰਹੇ ਨੇ ਸਰਕਾਰਾਂ ਤੋਂ। ਗੱਲਬਾਤ ਕਰਦੇ ਹਾਂ ਕਿਉਂਕਿ ਇਹ ਵੀ ਜੋ ਹੈ ਦਿੱਲੀ ਤੋਂ ਉੱਜੜ ਕੇ ਜਿਹੜੇ ਆਏ ਸਨ ਤੇ ਇਹਨਾਂ ਨਾਲ ਗੱਲਬਾਤ ਕਰਦੇ ਕਿਸ ਤਰ੍ਹਾਂ ਦਾ ਬੀਬੀ ਜੀ ਉਸ ਟਾਈਮ ਦੌਰ ਸੀ, ਕੀ ਹਾਲਾਤ ਦੇਖੇ ਸੀ ਤੁਸੀਂ, ਕਿਉਂਕਿ ਇੱਕਦਮ ਪਰੇਸ਼ਾਨੀਆਂ ਜਿਹੜੀਆਂ ਖੜੀਆਂ ਹੋ ਗਈਆਂ ਸੀ ਪਰਿਵਾਰਾਂ ਵਾਸਤੇ। ਦੇਖੋ ਜੀ, ਸਭ ਤੋਂ ਪਹਿਲੇ ਤੇ ਜਦੋਂ ਇੰਦਰਾ ਗਾਂਧੀ ਦੀ ਡੈਥ ਹੋਈ ਆ, ਉਹਦੇ ਕਤਲ ਤੋਂ ਨਾਲ ਹੀ ਤੁਰੰਤ ਬਾਅਦ ਇਹਨਾਂ ਨੇ ਜਿਹੜਾ ਹੈਗਾ ਦਿੱਲੀ ਦੇ ਵਿੱਚ ਅੱਗਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਸਰਦਾਰਾਂ ਦੀਆਂ ਪ੍ਰਾਪਰਟੀਆਂ ਨੂੰ ਅੱਗਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ, ਲੁੱਟਣਾ ਸ਼ੁਰੂ ਕਰ ਦਿੱਤਾ, ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਇੰਦਰਾ ਗਾਂਧੀ ਮਰਦੀ ਆ, ਉਹਦੇ ਨਾਲ ਹੀ ਰਾਤ ਰਾਜੀਵ ਗਾਂਧੀ ਦੀ ਕੋਠੀ ਵਿੱਚ ਇੱਕ ਮੀਟਿੰਗ ਹੁੰਦੀ ਆ। ਰਾਜੀਵ ਗਾਂਧੀ ਖੁਦ ਉਹ ਮੀਟਿੰਗ ਨੂੰ ਅਟੈਂਡ ਕਰਦਾ। ਜਦ ਕਿ ਇੱਕ ਚੀਜ਼ ਅਗਰ ਸੋਚਿਆ ਜਾਵੇ ਤੇ ਇੱਕ ਮਾਂ ਦੀ ਲਾਸ਼ ਸਾਹਮਣੇ ਪਈ ਹੋਵੇ ਤੇ ਪੁੱਤਰ ਮੀਟਿੰਗ ਕਰਕੇ ਇੱਕ ਹੁਕਮ ਦਿੰਦਾ ਹੋਵੇ, ਔਰ ਸਾਡੀਆਂ ਜਿੰਨੀਆਂ ਵੋਟਰ ਸੂਚੀਆਂ ਸਨ ਉਹ ਉਹਨਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਕਿ ਕਿਹੜੀ ਗਲੀ ਦੇ ਵਿੱਚ, ਕਿਹੜੇ ਬਲਾਕ ਦੇ ਵਿੱਚ ਕਿੰਨੇ ਸਰਦਾਰਾਂ ਦੇ ਪਰਿਵਾਰ ਹਨ, ਕਿਹੜੇ ਸਰਦਾਰ ਕਿਹੜਾ ਕੰਮ ਕਰ ਰਿਹਾ, ਉਹਨਾਂ ਦੇ ਕੋਲ ਕੀ ਹੈਗਾ, ਕਿਹੜਾ ਅਮੀਰ ਆ, ਕਿਹੜਾ ਗਰੀਬ ਆ, ਇਹ ਸਭ ਕੁਝ ਉਹਨਾਂ ਨੂੰ ਦੱਸਿਆ ਗਿਆ ਜਿਹੜੇ ਲੁੱਟਣ ਵਾਲੇ ਸਨ। ਉਹ ਤੋਂ ਬਾਅਦ ਇਹ 1 ਤਰੀਕ ਨੂੰ, 1 ਨਵੰਬਰ ਨੂੰ ਤੁਸੀਂ ਇਹ ਦੇਖ ਲਓ ਕਿ ਦਿਨੇ 9 ਵਜੇ ਤੋਂ ਬਾਅਦ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ ਦਿੱਲੀ ਦੇ ਵਿੱਚ, ਧੂੰਏਂ ਚੜ੍ਹਨੇ ਸ਼ੁਰੂ ਹੋ ਗਏ। ਤੇ ਅਸੀਂ ਵੀ 12, 12:30, 1 ਵਜੇ ਦਾ ਟਾਈਮ ਹੋਣਾ ਪੂਰਾ, ਮੈਨੂੰ ਯਾਦ ਨਹੀਂ। ਪਹਿਲਾਂ ਜਾਣਨਾ ਚਾਹਾਂਗਾ, ਪਹਿਲਾਂ ਤੁਸੀਂ ਦਿੱਲੀ ਦੇ ਵਿੱਚ ਕਿੱਥੇ ਰਹਿੰਦੇ ਸੀ ਔਰ ਜਦੋਂ ਤੁਹਾਨੂੰ ਕਿਦੋਂ ਅਹਿਸਾਸ ਹੋਇਆ ਕਿ ਦਿੱਲੀ ਦੇ ਵਿੱਚ ਦੰਗੇ ਹੋਣ ਲੱਗ ਪਏ ਨੇ? ਦਿੱਲੀ ਮੈਂ ਮੰਗੋਲਪੁਰੀ ਵਿੱਚ ਰਹਿੰਦੀ ਸੀ। E513 ਮੇਰੇ ਮਕਾਨ ਦਾ ਨੰਬਰ ਸੀ। E514 ਮੇਰੇ ਜੇਠ ਤੇ ਘਰ ਦਾ ਨੰਬਰ ਸੀ। ਪਰਿਵਾਰ ਵਿੱਚ ਕੌਣ ਕੌਣ? ਸਾਡੇ ਪਰਿਵਾਰ ਵਿੱਚ ਮੈਂ ਸੀਗੀ, ਮੇਰੇ 2 ਦਿਓਰ ਸਨ, ਮੇਰਾ ਘਰ ਵਾਲਾ ਸੀਗਾ। ਜੇਠ ਮੇਰੇ ਦੀ ਪਹਿਲੇ ਹੀ ਡੈਥ ਹੋ ਚੁੱਕੀ ਸੀ, ਉਹਦਾ ਬੇਟਾ ਰਹਿ ਰਿਹਾ ਸੀ ਉੱਥੇ, ਔਰ ਇੱਕ ਸਾਡੀ ਨਨਾਣ ਉਸ ਟਾਈਮ ਕੁਦਰਤੀ ਸਾਡੇ ਕੋਲ ਆਈ ਹੋਈ ਸੀਗੀ, ਤੇ ਬਾਕੀ ਮੇਰੀਆਂ ਦਰਾਣੀਆਂ ਸਨ, ਉਹਨਾਂ ਦੇ ਬੱਚੇ ਸਨ ਜੀ। ਕੀ ਹਾਲਾਤ ਬਣੇ ਉਸ ਟਾਈਮ? ਜਦੋਂ ਪਹਿਲੇ ਦਿਨ 31 ਅਕਤੂਬਰ ਨੂੰ ਇੰਦਰਾ ਗਾਂਧੀ ਦਾ ਕਤਲ ਹੋਇਆ, ਤੇ ਉਹ ਟਾਈਮ ਸਾਨੂੰ ਇੰਨਾ ਇੱਕ ਨਹੀਂ ਸੀਗਾ ਭਈ ਸਾਡੇ ਲੋਕਾਂ ਨਾਲ ਇਤਨਾ ਜ਼ਿਆਦਾ ਮਤਲਬ ਇਹ ਹੋ ਜਾਏਗਾ। ਪਰ 1 ਨਵੰਬਰ ਨੂੰ ਜਦੋਂ ਮੇਰੇ ਘਰ ਵਾਲਾ, ਉਹ ਕੀਰਤੀ ਨਗਰ ਸਾਡੀ ਫੈਕਟਰੀ ਸੀਗੀ ਤੇ ਮਾਇਆਪੁਰੀ ਸਾਡਾ ਗੋਦਾਮ ਸੀਗਾ, ਇਹ ਫਰਿੱਜਾਂ ਦੇ ਪਾਰਟਸ ਬਣਦੇ ਸਨ, ਉਹਦਾ ਸਾਰਾ ਜਿਤਨਾ ਵੀ ਮਟੀਰੀਅਲ ਸੀਗਾ ਉਹ ਗੋਦਾਮ ਦੇ ਵਿੱਚ ਹੁੰਦਾ ਸੀਗਾ। ਤੇ ਉਹ ਸਵੇਰੇ ਫੈਕਟਰੀ ਗਏ ਆ ਤੇ ਇੱਧਰ 9, 9:30 ਵਜੇ ਦੇ ਕਰੀਬ ਮੇਰੇ ਦਿਓਰ ਕਿਤੇ ਬਾਹਰ ਗਏ ਸੀਗੇ, ਉਹ ਮੁੜ ਕੇ ਆਏ ਤੇ ਉਹਨਾਂ ਨੇ ਆ ਕੇ ਮੇਰੀ ਨਨਾਣ ਨੂੰ ਦੱਸਿਆ ਵੀ ਭੈਣ ਜੀ ਬਾਹਰ ਤੇ ਸਾਰੀ ਦਿੱਲੀ ਵਿੱਚ ਅੱਗਾਂ ਲੱਗਦੀਆਂ ਪਈਆਂ। ਤੇ ਉਹਨਾਂ ਨੇ ਕਿਹਾ ਭਈ ਕਿਵੇਂ ਕਰਕੇ ਜਾ ਕੇ ਨਾ ਆਪਣੇ ਭਰਾ ਨੂੰ ਲੈ ਆਓ, ਮੇਰੇ ਘਰ ਵਾਲੇ ਕਰਕੇ। ਤੇ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ, ਦੇਖਦੇ ਆ ਭਈ ਆ ਜਾਣਗੇ, ਸ਼ਾਇਦ ਹੋ ਸਕਦਾ ਹਾਲਾਤ ਦੇਖ ਕੇ ਉਹ ਆ ਜਾਣਗੇ ਵਾਪਸ। ਤੇ 12:30 ਦਾ ਟਾਈਮ ਹੋਇਆ ਤੇ ਮੇਰੀ ਨਨਾਣ ਕਹਿੰਦੀ ਆ ਭਈ ਫਟਾਫਟ ਰੋਟੀ ਖਾ ਲਓ, ਵੀ ਬਾਅਦ ਵਿੱਚ ਪਤਾ ਨਹੀਂ ਕੀ ਹੋ ਜਾਏਗਾ। ਜਿਵੇਂ ਇੱਕ ਹੋਣੀ ਦਾ ਅਹਿਸਾਸ ਹੋ ਜਾਂਦਾ ਹੈਗਾ ਵੀ ਕੁਝ ਹੋਏਗਾ। ਉਹ ਰੋਟੀ ਖਾਣ ਵਾਸਤੇ ਬੈਠੇ ਹੈਗੇ ਨੇ ਮੇਰੇ ਦਿਓਰ, ਹਾਲੀ ਇੱਕ ਬੁਰਕੀ ਵੀ ਨਹੀਂ ਚੁੱਕੀ ਹੈਗੀ ਆ। ਤੇ ਬਾਹਰ ਹਜੂਮ ਇਕੱਠਾ 200-250 ਬੰਦੇ ਦਾ ਆਇਆ। ਉਹਨਾਂ ਦੇ ਕੋਲ ਰਾਡਾਂ ਸਨ, ਉਹਨਾਂ ਦੇ ਕੋਲ ਟਾਇਰ ਸਨ, ਉਹਨਾਂ ਦੇ ਕੋਲ ਪੈਟਰੋਲ ਸੀ, ਉਹਨਾਂ ਦੇ ਕੋਲ ਇੱਕ ਕੋਈ ਹੋਰ ਪਾਊਡਰ ਸੀ ਜਿਹੜਾ ਦੂਰੋਂ ਸੁੱਟ ਕੇ ਉਹ ਅੱਗ ਲਾਉਂਦੇ ਸਨ ਤੇ ਅੱਗ ਲੱਗ ਜਾਂਦੀ ਸੀ। ਤੇ ਉਹ ਆਏ ਤੇ ਮੇਰਾ ਦਿਓਰ ਬਾਹਰ ਨਿਕਲਿਆ, ਕਹਿੰਦਾ ਇਹ ਸਾਡੇ ਘਰ ਨੂੰ ਆਉਂਦੇ ਪਏ ਵੀ ਦੇਖਾਂ ਕੀ ਹੈਗਾ। ਉਹ ਜਦੋਂ ਨੇ ਉਹਨੂੰ ਖਿੱਚ ਕੇ ਇੱਕਦਮ ਗੱਲੇ ਤੋਂ ਥੱਲੇ ਸਿੱਟ ਕੇ ਉਹਦੇ ਗੱਲੇ ਵਿੱਚ ਟਾਇਰ ਪਾ ਕੇ, ਮੂੰਹ ਦੇ ਵਿੱਚ ਪੈਟਰੋਲ ਪਾ ਕੇ ਜਿੰਦੇ ਨੂੰ ਅੱਗ ਲਾ ਦਿੱਤੀ। ਤੇ ਉਹਨੇ ਜਦੋਂ ਬਾਹਰੋਂ ਚੀਕਾਂ ਮਾਰੀਆਂ ਵੀ ਮੈਨੂੰ ਬਚਾ ਲਓ, ਤੇ ਦੂਜਾ ਭਰਾ ਜਿਹੜਾ ਉਹ ਤੋਂ ਵੱਡਾ ਸੀਗਾ ਉਹ ਭੱਜ ਕੇ ਬਾਹਰ ਨਿਕਲਿਆ ਭਰਾ ਨੂੰ ਬਚਾਉਣ ਵਾਸਤੇ। ਤੇ ਇਹ ਨਹੀਂ ਪਤਾ ਵੀ ਉਹਦਾ ਵੀ ਕਾਲ ਉੱਥੇ ਹੀ ਸੀਗਾ। ਉਹਨੂੰ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਮੂੰਹ ਦੇ ਵਿੱਚ ਪੈਟਰੋਲ ਪਾ ਕੇ ਉਹਨੂੰ ਵੀ ਜਲਾ ਦਿੱਤਾ। ਸਾਡੀਆਂ ਅੱਖਾਂ ਦੇ ਸਾਹਮਣੇ ਦੋਨੋਂ ਤੜਫ ਰਹੇ ਸਨ, ਸਾਡੀਆਂ ਅੱਖਾਂ ਦੇ ਸਾਹਮਣੇ ਦੋਨੋਂ ਜਲ ਰਹੇ ਸਨ, ਪਰ ਸਾਨੂੰ ਇੰਨੀ ਇਜਾਜ਼ਤ ਨਹੀਂ ਸੀ ਅਸੀਂ ਘਰੋਂ ਬਾਹਰ ਨਿਕਲ ਜਾਵਾਂ। ਤੇ ਸਾਡੀ ਨਨਾਣ ਸਾਡੇ ਮੂੰਹ 'ਤੇ ਹੱਥ ਦਿੰਦੀ ਸੀ ਭਈ ਤੁਸੀਂ, ਭਈ ਜੋ ਹੋਣਾ ਹੋ ਗਿਆ, ਭਈ ਤੁਸੀਂ ਬਾਹਰ ਨਹੀਂ ਨਿਕਲਣਾ, ਆਪਣੀਆਂ ਇੱਜ਼ਤਾਂ ਬਚਾ ਲਓ। ਇਹਨਾਂ ਨੇ ਉਹਨਾਂ ਦੋਨਾਂ ਨੂੰ ਜਲਾ ਕੇ ਉੱਥੇ ਤਾਲੀਆਂ ਤੂਲੀਆਂ ਮਾਰ ਕੇ, ਮਤਲਬ ਜਿਵੇਂ ਕਹਿ ਲਓ ਤੁਸੀਂ ਭਈ ਦਰਿੰਦੇ ਹੁੰਦੇ ਆ, ਭਈ ਉਹਨਾਂ ਨੂੰ ਕਿਸੇ ਚੀਜ਼ ਦਾ ਕੋਈ ਡਰ ਖੋਫ ਕੁਛ ਹੈ ਹੀ ਨਹੀਂ ਸੀਗਾ। ਦੇਖੋ ਇਹ ਤੇ ਜਿਹੜੇ ਉੱਥੇ ਦੇ MLA ਸੀਗੇ, ਇਹ ਨਾਲ ਉਹਨਾਂ ਦੀ ਅਗਵਾਈ ਕਰ ਰਹੇ ਸਨ। ਜਿਹੜੇ ਕੌਂਸਲਰ ਸੀ ਉਹ ਨਾਲ ਅਗਵਾਈ ਕਰ ਰਹੇ ਸਨ। ਹੋਰ ਹਜੂਮ ਕਿਹੜਾ ਸੀਗਾ, ਕਿੱਥੋਂ ਆਇਆ ਸੀ, ਇਹ ਸਾਨੂੰ ਨਹੀਂ ਪਤਾ ਹੈਗਾ। ਕਈ ਲੋਕ ਇਹੋ ਜਿਹੇ ਸਨ ਜਿਹੜੇ ਉਸ ਮਹੱਲੇ ਦੇ ਵੀ ਸਨ, ਮਹੱਲੇ ਦੇ ਵੀ ਲੋਕ ਸਨ। ਤੇ ਉਹਨਾਂ ਨੇ ਜਦੋਂ ਫਿਰ ਅਸੀਂ ਸਾਰਾ ਦਿਨ ਸਾਡਾ
ਰੋਂਦਿਆਂ ਕਲਪਦਿਆਂ ਨਿਕਲ ਗਿਆ ਔਰ ਲਾਸ਼ਾਂ ਸਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਝੁਲਸ ਰਹੀਆਂ। ਮੇਰਾ ਘਰ ਵਾਲਾ ਜਦੋਂ ਫੈਕਟਰੀ ਤੋਂ ਵਾਪਸ ਆਏ, ਉਹ ਘਰ ਨੂੰ ਆਉਣ ਲੱਗੇ, ਉਹਨਾਂ ਨੂੰ ਵੀ ਰਸਤੇ ਵਿੱਚ ਮਾਰ ਕੇ ਸਿੱਟ ਗਏ। ਉਹਨਾਂ ਨੂੰ ਕੋਈ ਚੁੱਕ ਕੇ ਮੈਡੀਕਲ ਜਾ ਕੇ ਦਾਖਲ ਕਰਵਾ ਕੇ ਆਇਆ। ਫਿਰ ਰਾਤ ਅਸੀਂ 8 ਵਜੇ ਆਪਣੇ ਘਰੋਂ ਜਦੋਂ ਅੰਧੇਰਾ ਪੈ ਗਿਆ, ਮੇਰੀ ਨਨਾਣ ਕਹਿੰਦੀ ਆ ਭਈ ਮੂੰਹ ਸਿਰ ਲਪੇਟ ਕੇ ਆਪਣੇ ਇੱਥੋਂ ਨਿਕਲੋ, ਆਪਣੀਆਂ ਇੱਟਾਂ ਬਚਾ ਕੇ ਗੁਰਦੁਆਰੇ, ਇੱਕ ਕੋਈ ਸਾਡੇ ਜਾਣੂ ਸੀਗੀ ਨਾਨਕ ਪਿਆਓ ਗੁਰਦੁਆਰੇ, ਭਈ ਉੱਥੇ ਚੱਲਦੇ ਹਾਂ ਜੇ। ਅਸੀਂ ਪਤਾ ਨਹੀਂ ਕਿੰਨਾ ਤੁਰੇ ਹੈਗੇ ਹਾਂ, ਮੰਗੋਲਪੁਰੀ ਤੋਂ ਨਾਨਕ ਪਿਆਓ ਬਹੁਤ ਦੂਰ ਹੈਗਾ, ਪਰ ਅਸੀਂ ਉੱਥੇ ਪੈਦਲ ਤੁਰ ਕੇ, ਔਰ ਰਸਤੇ ਵਿੱਚ ਪਤਾ ਨਹੀਂ ਅਸੀਂ ਕਿੰਨੀਆਂ ਲਾਸ਼ਾਂ ਦੇਖੀਆਂ, ਕਿੰਨੇ ਘਰ ਜਲਦੇ ਦੇਖੇ, ਕਿੰਨੇ ਅਸੀਂ ਮਤਲਬ ਮਕਾਨ ਢਹਿ ਢੇਰੀ, ਜਿਵੇਂ ਸਭ ਕੁਛ ਉਜੜ ਗਿਆ, ਸਭ ਐਂ ਲੱਗਦਾ ਸੀਗਾ ਸਭ ਕੁਝ ਉਜੜ ਗਿਆ। ਅਸੀਂ ਨਾਨਕ ਪਿਆਓ ਜਦੋਂ ਪਹੁੰਚੇ, ਪੈਰ ਸਾਡੇ ਕੰਮ ਨਹੀਂ ਸੀ ਕਰ ਰਹੇ, ਲੱਤਾਂ ਸਾਡੀਆਂ ਕੰਮ ਨਹੀਂ ਸੀ ਕਰ ਰਹੀਆਂ, ਪਰ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਸਾਡੇ ਜਾਣ ਤੋਂ ਪਹਿਲੇ ਉੱਥੇ 100-200 ਬੰਦਾ ਉਸ ਟਾਈਮ ਆ ਚੁੱਕਿਆ ਸੀ ਔਰ ਉੱਥੇ ਕੈਂਪ ਲੱਗ ਚੁੱਕਿਆ ਸੀਗਾ। ਫਿਰ ਅਸੀਂ 1 ਹਫ਼ਤਾ ਤਕਰੀਬਨ ਉਸ ਕੈਂਪ ਦੇ ਵਿੱਚ ਰਹੇ ਹਾਂ। 3 ਦਿਨਾਂ ਬਾਅਦ ਅਸੀਂ ਇੱਕ ਰਿਪੋਰਟ ਕਰਵਾਉਣ ਗਏ, ਭਈ FIR ਕਰਵਾਵਾਂ, ਭਈ ਸਾਡੇ ਤੇ ਘਰ ਵੀ ਲੁੱਟੇ ਗਏ। ਸਾਨੂੰ ਗਵਾਂਢੀਆਂ ਨੇ ਆ ਕੇ ਦੱਸਿਆ ਭਈ ਤੁਹਾਡੇ ਘਰ ਘੁਰ ਸਾਰੇ ਲੁੱਟੇ ਗਏ ਨੇ, ਉੱਥੇ ਕੁਛ ਵੀ ਨਹੀਂ ਹੈਗਾ ਜੀ। ਫਿਰ ਉਸ ਤੋਂ ਬਾਅਦ ਨਾਲੇ ਮੇਰੇ ਘਰ ਵਾਲੇ ਦਾ ਉਸ ਟਾਈਮ ਤੱਕ ਸਾਨੂੰ ਨਹੀਂ ਸੀ ਪਤਾ ਭਈ ਉਹ ਜਿੰਦੇ ਨੇ ਜਾਂ ਕੀ ਹੈ ਕੀ ਨਹੀਂ ਹੈਗਾ। ਫਿਰ ਉਹਨਾਂ ਦੀ ਮੈਂ ਲਾਪਤਾ ਦੀ ਇੱਕ ਐਪਲੀਕੇਸ਼ਨ, ਫਿਰ ਜਦੋਂ ਥਾਣੇ ਗਏ ਆ, ਉਹ ਥਾਣੇ ਵਾਲੇ ਇੰਨੀਆਂ ਗਾਲਾਂ ਕੱਢਦੇ ਸਨ, ਪੁਲਿਸ ਵਾਲੇ ਇੰਨਾ ਸਾਨੂੰ ਗੰਦਾ ਬੋਲਦੇ ਸਨ ਭਈ ਉਹ ਚੀਜ਼ਾਂ ਅਸੀਂ ਜ਼ਿੰਦਗੀ ਵਿੱਚ ਪਹਿਲੀ ਵਾਰੀ ਸੁਣੀਆਂ ਸਨ ਅਤੇ ਪਹਿਲੀ ਵਾਰੀ ਅਸੀਂ ਮਹਿਸੂਸ ਕੀਤੀਆਂ ਸਨ ਭਈ ਕੋਈ ਇਹੋ ਜਿਹਾ ਵੀ ਕਿਸੇ ਔਰਤ ਦੇ ਨਾਲ, ਕਿਸੇ ਲੇਡੀਜ਼ ਦੇ ਨਾਲ ਭਈ ਕੋਈ ਇਹੋ ਜਿਹੀ ਵੀ ਬੋਲ ਸਕਦਾ। ਉਹ ਕਹਿੰਦੇ ਸਨ ਤੁਸੀਂ ਸਾਡੀ ਮਾਂ ਮਾਰ ਦਿੱਤੀ ਅਤੇ ਅਸੀਂ ਤੁਹਾਨੂੰ ਲੋਕਾਂ ਨੂੰ ਛੱਡਣਾ ਨਹੀਂ ਹੈਗਾ, ਅਸੀਂ ਤੁਹਾਡੀ, ਪੁਲਿਸ ਵਾਲੇ ਕਹਿੰਦੇ ਸਨ ਅਸੀਂ ਤੁਹਾਡੀਆਂ FIR ਨਹੀਂ ਲਿਖਣੀਆਂ। ਉਹਨਾਂ ਨੇ ਇੱਕ ਜਰਨਲ FIR ਬਣਾ ਕੇ ਰੱਖੀ ਸੀ, ਜਿਵੇਂ ਲੈਟਰ ਪੈਡ ਹੁੰਦਾ, ਉਹਦੇ 'ਤੇ ਕਹਿੰਦੇ ਸਨ ਆਪਣਾ ਨਾਮ ਲਿਖੋ, ਆਪਣਾ ਐਡਰੈਸ ਲਿਖੋ ਅਤੇ ਅਸੀਂ ਮੋਹਰ ਲਗਾ ਦਾਂਗੇ। ਉਹ ਸਾਨੂੰ ਉਹਨਾਂ ਨੇ, ਅਤੇ ਮੈਂ ਕਿਹਾ ਮੇਰਾ ਤਾਂ ਘਰ ਵਾਲਾ ਲਾਪਤਾ ਹੈਗਾ ਭਈ ਉਹਨਾਂ ਦੀ ਤਾਂ ਰਿਪੋਰਟ ਲਿਖੋ। ਕਹਿੰਦੇ ਆਪਣੇ ਆਪ ਲਿਖ ਕੇ ਦੇ ਅਸੀਂ ਉੱਥੇ ਤੇਰੇ ਮੋਹਰ ਲਗਾ ਦਾਂਗੇ। ਮੈਂ ਆਪਣੇ ਹੱਥਾਂ ਨਾਲ ਉੱਥੇ ਲਿਖ ਕੇ ਦਿੱਤੀ ਆ, ਉਹਨਾਂ ਨੇ ਮੋਹਰ ਲਗਾ ਦਿੱਤੀ ਆ। ਮਤਲਬ ਫਿਰ ਉੱਥੋਂ ਜਦੋਂ ਅਸੀਂ ਮੁੜ ਕੇ ਆਏ ਹਾਂ 3 ਦਿਨਾਂ ਬਾਅਦ, ਅਤੇ ਅੱਗੇ ਆਰਮੀ ਲਾਸ਼ਾਂ ਇਕੱਠੀਆਂ ਕਰ ਰਹੀ ਸੀ, ਕੋਈ ਸੂਅਰ ਖਿੱਚ ਰਿਹਾ ਸੀ, ਕੋਈ ਕੁੱਤੇ ਖਿੱਚ ਰਹੇ ਸਨ, ਲਾਸ਼ਾਂ ਫੁੱਲੀਆਂ ਹੋਈਆਂ ਸਨ। ਉਸ ਸਮੇਂ ਦਾ ਮੰਜ਼ਰ ਜਦੋਂ ਯਾਦ ਕਰਦੇ ਹੋ, ਤਸਵੀਰਾਂ ਸਾਹਮਣੇ ਆਉਂਦੀਆਂ ਤੇ ਕਿੰਨਾ ਕੁ ਦੁੱਖ ਤੇ ਹੁੰਦਾ ਹੋਵੇਗਾ ਦਿਲਾਂ ਵਿੱਚ, ਉਹ ਤਸਵੀਰਾਂ ਕਿ ਇਸ ਤਰ੍ਹਾਂ ਦੀ ਦੁਬਾਰਾ ਕਦੀ ਇਸ ਤਰ੍ਹਾਂ ਦੀ ਤਸਵੀਰ ਸਾਹਮਣੇ ਨਾ ਆਵੇ। ਉਹ ਟਾਈਮ ਤੇ ਪਰਮਾਤਮਾ ਕਿਸੇ ਦੁਸ਼ਮਣ ਨੂੰ, ਜਿਹੜੇ ਦੁਸ਼ਮਣ ਹੈਗਾ ਨਾ, ਉਹ ਤੇ ਵੀ ਉਹ ਟਾਈਮ ਨਾ ਆਵੇ ਜਦੋਂ ਮਿਊਨਿਸਪੈਲਿਟੀ ਦੀਆਂ ਗੱਡੀਆਂ ਭਰੀਆਂ ਹੋਈਆਂ ਲਾਸ਼ਾਂ ਨਾਲ ਤੇ ਸੜਕਾਂ ਵਿੱਚ ਬਦਬੂ ਆ ਰਹੀ ਸੀ। ਕੋਈ ਨਹੀਂ, ਹੌਸਲਾ ਰੱਖੋ, ਕਿਉਂਕਿ ਬਹੁਤ ਵੱਡਾ ਦੁੱਖ ਤੁਸੀਂ ਆਪਣੀਆਂ ਅੱਖਾਂ ਤੋਂ ਦੇਖਿਆ, ਆਪਣੇ ਪਰਿਵਾਰਿਕ ਮੈਂਬਰਾਂ ਨੂੰ ਸੜਦੇ ਦੇਖਿਆ, ਅਤੇ ਵਾਕਈ ਵਿੱਚ ਦੁੱਖ ਹੁੰਦਾ ਹੈ। ਕਿਉਂਕਿ ਫਿਰ ਉਹ ਸਮਾਂ ਆ ਗਿਆ 1 ਨਵੰਬਰ 2 ਨਵੰਬਰ 3 ਨਵੰਬਰ ਨੂੰ ਜੋ ਹੈ ਸਿੱਖਾਂ 'ਤੇ ਕਤਲੇਆਮ ਹੋਇਆ ਉਹਨਾਂ ਦਾ, ਅਤੇ ਛਾਂਟ ਕੇ ਉਹਨਾਂ ਦੀ ਸੰਪੱਤੀਆਂ ਉਹਨਾਂ ਨੂੰ ਸਾੜਿਆ ਗਿਆ, ਅਤੇ ਦੁੱਖ ਵਾਕਈ ਵੀ ਹੁੰਦਾ ਹੈ। ਫਿਰ ਵੀ ਤੁਸੀਂ ਜੋ ਹੈ, ਅਸੀਂ ਦੇਖਿਆ ਤੁਸੀਂ ਜੋ ਹੈ ਦੰਗਾ ਪੀੜਿਤ ਉਹਨਾਂ ਦੀ ਲੜਾਈ ਲੜ ਰਹੇ ਹੋ, ਉਹਨਾਂ ਨੂੰ ਨਿਆਂ ਦਿਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ। ਫਿਰ ਆਰਮੀ ਨੇ ਉਹ ਲਾਸ਼ਾਂ ਇਕੱਠੀਆਂ ਕੀਤੀਆਂ, ਉਹਨਾਂ ਨੇ ਸੰਸਕਾਰ ਕੀਤੇ। ਅਸੀਂ ਆਪਣੇ ਰਿਸ਼ਤੇਦਾਰਾਂ ਦਾ ਸੰਸਕਾਰ ਵੀ ਨਹੀਂ ਕਰ ਸਕੇ, ਅਸੀਂ ਉਹਨਾਂ ਨੂੰ ਰੋ ਵੀ ਨਹੀਂ ਸਕੇ, ਕਿਉਂ ਸਾਨੂੰ ਤਾਂ ਉਸ ਟਾਈਮ ਇਹ ਸੀਗਾ ਵੀ ਸਾਡੇ ਨਾਲ ਹੋ ਕੀ ਗਿਆ, ਸਾਨੂੰ ਇਹ ਸਮਝ ਹੀ ਨਹੀਂ ਸੀ ਆ ਰਹੀ ਵੀ ਸਾਡੇ ਨਾਲ ਬਣ ਕੀ ਗਿਆ। ਕੋਈ ਕੈਂਪ ਵਿੱਚ ਬੈਠੀ ਬੀਬੀ ਕਹਿ ਰਹੀ ਸੀ ਮੇਰੇ ਤੇ 2 ਬੱਚੇ ਸਨ ਮਰ ਗਏ, ਮੇਰਾ ਤੇ ਘਰ ਸੀਗਾ ਸਾਰਾ ਉਜੜ ਗਿਆ ਮੇਰੇ। ਮਤਲਬ ਉਸ ਟਾਈਮ ਉਹ ਚੀਜ਼ਾਂ ਨਾ ਅੱਜ ਵੀ ਮੇਰੇ ਕੰਨਾਂ ਵਿੱਚ ਆਵਾਜ਼ਾਂ ਪੈਂਦੀਆਂ ਉਹਨਾਂ ਲੋਕਾਂ ਦੀਆਂ ਭਈ ਉਸ ਟਾਈਮ ਕਿਵੇਂ, ਨਾਲੇ ਤੇ ਉਹ ਵਿਰਲਾਪ ਕਰਦੀਆਂ ਸਨ ਅਤੇ ਨਾਲੇ ਕੋਈ ਦੱਸ ਰਹੀ ਸੀ ਮੇਰਾ ਇਹ ਹੋ ਗਿਆ, ਮੇਰਾ ਉਹ ਹੋ ਗਿਆ। ਫਿਰ ਦੇਖੋ ਜਿਹੜੇ ਤੇ ਮਰ ਗਏ, ਮੈਂ ਕਹਿੰਦੀ ਹਾਂ ਸ਼ਾਇਦ ਉਹ ਸਾਡੇ ਨਾਲੋਂ ਅੱਛੇ ਰਹਿ ਗਏ, ਅਸੀਂ ਨਾ ਜੀਂਦਿਆਂ ਵਿੱਚ ਨਾ ਮਰਿਆਂ ਵਿੱਚ। 35 ਸਾਲ ਮੇਰੇ ਘਰ ਵਾਲੇ ਨੇ ਸੰਤਾਪ ਹੋ ਗਿਆ ਬੈੱਡ 'ਤੇ ਰਹਿਣ, ਪੂਰੇ 35 ਸਾਲ, ਮੂੰਹ ਨਾਲ ਕਹਿਣ ਦੀ ਗੱਲ ਹੁੰਦੀ ਆ। 35 ਸਾਲਾਂ ਵਿੱਚ ਮੇਰੇ ਵੀ ਬੱਚਿਆਂ ਦਾ ਦਿਲ ਸੀਗਾ ਕਦੇ ਮੇਰੇ ਪਾਪਾ ਉੱਠ ਕੇ ਸਾਡੇ ਨਾਲ ਪੈਰੈਂਟਸ ਮੀਟਿੰਗ 'ਤੇ ਜਾਣ, ਸਕੂਲ ਛੱਡ ਕੇ ਆਉਣ, ਸਕੂਲੋਂ ਲੈ ਕੇ ਆਉਣ, ਬਾਜ਼ਾਰ ਜਾਣ, ਪਰ ਨਹੀਂ, ਸਾਡੀ ਤਾਂ ਜ਼ਿੰਦਗੀ ਬਰਬਾਦ ਹੋਈ, ਸਾਡੇ ਬੱਚਿਆਂ ਦੀ ਵੀ ਬਰਬਾਦ ਹੋਈ। ਸਾਡੇ ਬੱਚਿਆਂ ਨੇ ਵੀ ਕੋਈ ਸੁੱਖ ਨਹੀਂ ਦੇਖਿਆ ਹੈਗਾ ਬਈ ਹਲੇ ਦੇਖੋ ਮਾਂ ਬਾਪ ਦੇ ਨਾਲ ਬੜਾ ਕੁਛ ਹੁੰਦਾ, ਉਹ ਚੀਜ਼ਾਂ ਜਿਹੜੀਆਂ ਯਾਦ ਆਉਂਦੀਆਂ ਨਾ, ਅਤੇ ਉਹਨਾਂ ਚੀਜ਼ਾਂ ਨੂੰ ਲੈ ਕੇ ਹੀ ਅਸੀਂ ਇੱਥੇ ਜਿਹੜੀ ਹੈਗੀ ਆ ਆਪਣੀ ਸੁਸਾਇਟੀ
ਬਣਾ ਕੇ ਤੇ ਅਸੀਂ ਉਹਨਾਂ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ ਵੀ ਤਹਈਆ ਕੀਤਾ ਤੇ ਉਹਨਾਂ ਦੇ ਮੁੜ ਬਸੇਵੇ ਵਾਸਤੇ ਵੀ ਕੀਤਾ। ਪਰ ਦੇਖੋ ਕਿੰਨੀ ਦੁੱਖ ਦੀ ਗੱਲ ਹੈ, ਇੱਕ ਹਿੰਦੁਸਤਾਨ ਜਿਹਨੂੰ ਕਹਿੰਦੇ ਨੇ ਆਜ਼ਾਦ ਹਿੰਦੁਸਤਾਨ, ਪਰ ਮੈਂ ਨਹੀਂ ਕਹਿੰਦੀ ਅਸੀਂ ਆਜ਼ਾਦ ਨਹੀਂ ਹਾਂ। ਸਿੱਖ ਕੌਮ ਅੱਜ ਵੀ ਆਜ਼ਾਦ ਨਹੀਂ ਆ। ਸਾਡਾ ਕਸੂਰ ਕੀ ਸੀਗਾ? ਸਾਨੂੰ ਮਾਰਨ ਦਾ ਕੀ ਮਤਲਬ ਵਜ੍ਹਾ ਕੀ ਸੀਗੀ ਕਿ ਇੱਕ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਸੀਗਾ, ਪਰ ਇੰਦਰਾ ਗਾਂਧੀ ਦਾ ਕਤਲ ਹੋਣ ਦਾ ਕੋਈ ਇਹ ਨਹੀਂ ਸੋਚਦਾ ਕਿ ਉਹਦੀ ਵਜ੍ਹਾ ਕੀ ਸੀ। ਇੰਦਰਾ ਗਾਂਧੀ ਨੇ ਇੱਥੇ ਵੀ ਸਾਡੇ ਦਰਬਾਰ ਸਾਹਿਬ 'ਤੇ ਅਟੈਕ ਕਰਵਾ ਕੇ ਤੋਪਾਂ ਅਤੇ ਟੈਂਕਾਂ ਦੇ ਨਾਲ ਉਹ ਗੋਲੀਆਂ ਵੀ ਸਾਡੇ ਹੀ ਲੋਕਾਂ ਦੇ ਸੀਨਿਆਂ ਵਿੱਚ ਵੱਜੀਆਂ ਸਨ। ਉਹ ਗੁਰੂ ਗ੍ਰੰਥ ਸਾਹਿਬ ਵਿੱਚ ਗੋਲੀਆਂ ਨਹੀਂ ਸੀ ਵੱਜੀਆਂ, ਉਹ ਵੀ ਸਾਡੇ ਸੀਨਿਆਂ ਵਿੱਚ ਵੱਜੀਆਂ ਸਨ। ਜੇ ਕੋਈ ਕਿਸੇ ਅਣਖੀਲੀ ਮਾਂ ਦੇ ਪੁੱਤ ਅਣਖ ਵਾਲੇ ਨਿਕਲੇ, ਉਹਨਾਂ ਨੇ ਬਦਲਾ ਲਿਆ। ਉਹ ਤਾਂ ਇੱਕ ਕਾਤਲ ਸੀ ਜਿਹਨੇ ਹਜ਼ਾਰਾਂ ਨਿਰਦੋਸ਼ਾਂ ਦਾ ਕਤਲ ਕੀਤਾ ਸੀ। ਉਹ ਦਰਬਾਰ ਸਾਹਿਬ ਕੋਈ ਇੱਕ ਧਰਮ ਦਾ ਲੋਕ ਨਹੀਂ ਆਉਂਦੇ, ਉੱਥੇ ਤੇ ਹਰ ਧਰਮ ਦੇ ਲੋਕਾਂ ਵਾਸਤੇ ਦਰਵਾਜ਼ੇ ਖੁੱਲ੍ਹੇ ਹੈਗੇ ਨੇ। ਔਰ ਉਹ ਗੁਰਪੁਰਬ ਦਾ ਟਾਈਮ ਉੱਥੇ ਸੰਗਤ ਆਈ ਹੋਈ, ਉਹਨਾਂ ਨੇ ਉਸ ਸੰਗਤ ਦੇ ਨਾਲ ਕੀ ਕੁਝ ਕੀਤਾ ਸਾਰੀ ਦੁਨੀਆ ਜਾਣਦੀ ਹੈ ਇਸ ਚੀਜ਼ ਨੂੰ। ਬੀਬੀ ਜੀ, ਤੁਸੀਂ ਲੰਬਾ ਸੰਘਰਸ਼ ਕਰ ਰਹੇ ਹੋ ਕਿਉਂਕਿ 38 ਸਾਲ ਹੋ ਗਏ ਨੇ ਇਸ ਗੱਲ ਨੂੰ, ਤੇ ਹੁਣ ਕਾਫੀ ਵੱਡੀ ਗਿਣਤੀ ਵਿੱਚ ਪੰਜਾਬ ਦੇ ਵਿੱਚ ਦੰਗਾ ਪੀੜਿਤ ਹੈਗੇ ਹਨ, ਤੇ ਤੁਸੀਂ ਉਹਨਾਂ ਦੀ ਅਗਵਾਈ ਕਰ ਰਹੇ ਹੋ, ਸਰਕਾਰ ਤੋਂ ਮੰਗ ਕਰਦੇ ਹੋ ਜਿਹੜੇ ਦੋਸ਼ੀ ਨੇ ਉਹਨਾਂ ਦੀ ਜੋ ਹੈ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਪੀੜਤਾਂ ਨੂੰ ਨਿਆਂ ਦਿੱਤਾ ਜਾਵੇ। ਹੁਣ ਸਰਕਾਰ ਕੀ ਮੰਗ ਕਰ ਰਹੇ ਹੋ ਸਰਕਾਰ ਤੋਂ, ਕਿਉਂਕਿ ਲਗਾਤਾਰ ਤੁਹਾਡੀ ਮੰਗ ਜਿਹੜੀ ਹੈ ਸਰਕਾਰ ਨੇ ਕੁਝ ਰਾਹਤ ਦਿੱਤੀ ਹੈ ਤੁਹਾਨੂੰ? ਦੇਖੋ, ਜਦੋਂ ਮੋਦੀ ਸਰਕਾਰ ਬਣੀ ਸੀਗੀ ਤੇ ਮੋਦੀ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਜਦੋਂ ਮੇਰੀ ਸਰਕਾਰ ਬਣੇਗੀ ਮੈਂ ਸਭ ਤੋਂ ਪਹਿਲੇ ਜਿਹੜੇ ਕਾਤਲ ਹੈਗੇ 84 ਦੇ ਇਹਨਾਂ ਨੂੰ ਅੰਦਰ ਦੇਵਾਂਗੇ। ਕਿਤੇ ਨਾ ਕਿਤੇ ਸਾਨੂੰ ਨਾ ਇੱਕ ਸਕੂਨ ਮਿਲਦਾ ਸੀ ਸੁਣ ਕੇ ਕਿ ਕੁਝ ਹੋਏਗਾ। ਚਲੋ, ਉਹਨਾਂ ਨੇ ਫਾਸਟ ਟੈਗ ਕੋਰਟਾਂ ਬਣਾਈਆਂ, ਉਹਨਾਂ ਨੇ SIT ਬਣਾਈ, ਉਹਨਾਂ ਨੇ ਸ਼ੁਰੂ ਕੀਤਾ ਕੰਮ ਸਾਰਾ। ਚਲੋ, ਇੱਕ ਸਾਡਾ ਸੱਜਣ ਕੁਮਾਰ ਅੰਦਰ ਵੀ ਹੋਇਆ, ਕੋਈ 4-5 ਹੋਰ ਵੀ ਹੋਏ, ਅਸੀਂ ਉਹਨਾਂ ਦਾ ਧੰਨਵਾਦ ਵੀ ਕੀਤਾ, ਸਭ ਕੁਝ ਕੀਤਾ। ਪਰ ਉਸ ਤੋਂ ਬਾਅਦ ਉਹ ਵੀ ਸਾਰੇ ਬੈਠ ਕੇ ਜਦੋਂ ਇਲੈਕਸ਼ਨਾਂ ਆਉਂਦੀਆਂ ਸਾਡੇ ਜ਼ਖਮਾਂ ਨੂੰ ਹਰਿਆ ਕਰ ਦਿੱਤਾ ਜਾਂਦਾ ਵੀ ਅਸੀਂ ਹੁਣ ਆਹ ਕਰਾਂਗੇ ਉਹ ਕਰਾਂਗੇ। ਜਦੋਂ ਇਲੈਕਸ਼ਨਾਂ ਨਿਕਲ ਜਾਣੀਆਂ ਫਿਰ ਸਾਨੂੰ ਕੋਈ ਨਹੀਂ ਪੁੱਛਦਾ। ਦੇਖੋ, ਹੁਣ ਸਾਡੇ ਜਿਹੜੇ ਕਾਤਲ ਹੈਗੇ ਉਹ ਸ਼ਰੇਆਮ ਘੁੰਮਦੇ ਆ, ਕੋਈ ਮੁੱਖ ਮੰਤਰੀ ਬਣਿਆ ਦਾ, ਕੋਈ ਵਜ਼ੀਰ ਬਣਿਆ ਦਾ, ਕੋਈ ਕੁਛ ਬਣਿਆ ਦਾ। ਉਹਨਾਂ ਨੂੰ ਤਾਂ ਕਿਸੇ ਕਿਸਮ ਦੀ ਕੋਈ ਤੰਗੀ ਤਾਂ ਸਾਨੂੰ ਹੈਗੀ ਆ। ਸਾਨੂੰ ਆਪਣੇ ਜਿਹੜੇ ਸਾਡੇ ਨਾਲ ਵਿਛੜ ਗਏ ਉਹ ਵੀ ਯਾਦ ਆਉਂਦੇ, ਜਿਹੜੇ ਸਾਡੇ ਕਾਰੋਬਾਰ ਸੀ ਉਹ ਛੁੱਟ ਗਏ ਸਾਡੇ। ਅਸੀਂ ਲੋਕ ਰਾਜਿਆਂ ਤੋਂ ਭਿਖਾਰੀ ਬਣ ਗਏ। ਅਤੇ ਜੇਕਰ ਅਸੀਂ ਸੋਚਾਂ ਕਿ ਅਸੀਂ ਉਹ ਜਿਹੇ ਮੁੜ ਕੇ ਬਣ ਜਾਵਾਂਗੇ, ਅਸੀਂ ਸਾਰੀ ਜ਼ਿੰਦਗੀ ਲੱਗੇ ਰਹਾਂ, ਸਾਡੇ ਬੱਚੇ ਲੱਗੇ ਰਹਿਣ, ਅਸੀਂ ਉਹ ਨਹੀਂ ਬਣ ਸਕਦੇ। ਮੈਂ ਸਭ ਤੋਂ ਪਹਿਲੇ ਤਾਂ ਇਹ ਚੀਜ਼ ਮੰਗ ਕਰਦੀ ਹਾਂ ਮੋਦੀ ਸਰਕਾਰ ਨੂੰ ਕਿ ਮੋਦੀ ਸਾਹਿਬ, ਤੁਸੀਂ ਜਿਹੜਾ ਸਾਨੂੰ ਵਿਸ਼ਵਾਸ ਦਿਵਾਇਆ ਸੀ ਉਸ ਵਿਸ਼ਵਾਸ 'ਤੇ ਪੂਰੇ ਉਤਰੋ ਕਿ ਤੁਸੀਂ ਜਿਤਨੇ ਵੀ ਸਾਡੇ ਕਾਤਲ ਹੈਗੇ ਸਭ ਤੋਂ ਪਹਿਲੇ ਉਹਨਾਂ ਨੂੰ ਸਜ਼ਾਵਾਂ ਦਿਵਾਓ। ਅਤੇ ਉਸ ਤੋਂ ਬਾਅਦ ਜਿਹੜੀ ਪੰਜਾਬ ਦੀ ਸਰਕਾਰ ਹੈਗੀ ਆ, ਦੇਖੋ ਪਿੱਛੇ ਤਾਂ 5 ਸਾਲ ਕਾਂਗਰਸ ਸਰਕਾਰ ਆਈ, ਸਾਨੂੰ ਥੋੜ੍ਹੀ ਜਿਹੀ ਰਾਹਤ ਮਿਲੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ। ਸਾਨੂੰ ਉਦੋਂ ਇਹ ਫਲੈਟ ਮਿਲੇ, ਸਾਨੂੰ ਕਾਰੋਬਾਰ ਵਾਸਤੇ ਥੋੜ੍ਹੇ ਜਿਹੇ ਬੂਥ ਮਿਲੇ, ਜਾਂ ਮਨਮੋਹਨ ਸਿੰਘ ਨੇ ਸਾਨੂੰ 2 ਲੱਖ ਦਾ ਜਿਹੜਾ ਹੈਗਾ ਮੁਆਵਜ਼ਾ ਦਿੱਤਾ। ਦੇਖੋ, ਸਾਡੇ ਸਿੱਖਾਂ ਦਾ ਮੁੱਲ ਕੀ ਪਿਆ 2 ਲੱਖ ਰੁਪਈਆ। ਅਗਰ ਸਾਨੂੰ ਜਦੋਂ ਅਸੀਂ ਉੱਜੜ ਕੇ ਆਏ ਸੀ ਉਦੋਂ ਸਾਡੇ ਲੋਕਾਂ ਨੂੰ 25-25 ਹਜ਼ਾਰ ਰੁਪਇਆ ਵੀ ਮੁਆਵਜ਼ਾ ਦੇ ਦਿੰਦੇ ਨਾ, ਅਤੇ ਸਾਡੇ ਲੋਕ ਜਿਹੜੇ ਹੈਗੇ ਆ ਅੱਜ ਵੈਲ ਸੈਟਲ ਹੁੰਦੇ। ਪਰ ਉਦੋਂ ਸਾਨੂੰ ਕਿਸੇ ਨੇ ਨਹੀਂ ਪੁੱਛਿਆ, ਅਤੇ 26 ਸਾਲਾਂ ਬਾਅਦ ਸਾਨੂੰ 2-2 ਲੱਖ ਰੁਪਏ ਦੀ ਗ੍ਰਾਂਟ ਮਿਲੀ, ਉਹ ਵੀ ਸਾਨੂੰ ਰੱਜ ਕੇ ਜਲੀਲ ਕੀਤਾ ਗਿਆ। ਸਾਨੂੰ ਜਿਹੜੇ ਤਹਿਸੀਲਦਾਰ, SDM ਜਾਂ ਹੋਰ ਜਿਹੜੇ ਅਫਸਰਾਂ ਦੀਆਂ ਟੀਮਾਂ ਬਣੀਆਂ ਸਨ, ਉਹ ਜਦੋਂ ਸਾਡੀਆਂ ਇਨਕੁਆਇਰੀਆਂ ਕਰਨ ਆਉਂਦੇ ਸਨ ਸਾਨੂੰ ਉਦੋਂ ਵੀ ਜਲੀਲ ਕੀਤਾ ਜਾਂਦਾ ਸੀਗਾ। ਸਾਡੇ ਲੋਕਾਂ ਕੋਲੋਂ ਇਹੋ ਜਿਹੇ ਸਵਾਲ ਪੁੱਛੇ ਜਾਂਦੇ ਸਨ ਕਿ ਜਿਹੜੇ ਅਸੀਂ ਕਿਸੇ ਨੂੰ ਦੱਸਦੇ ਹਾਂ ਸਾਨੂੰ ਸ਼ਰਮ ਮਹਿਸੂਸ ਹੁੰਦੀ ਆ, ਉਹਦੇ ਨਾਲੋਂ ਮੌਤ ਚੰਗੀ ਆ ਸਾਨੂੰ। ਫਿਰ ਚਲੋ ਸਾਨੂੰ 2-2 ਲੱਖ ਰੁਪਈਆ ਮਿਲਿਆ। ਉਸ ਤੋਂ ਬਾਅਦ ਬਾਦਲ ਸਾਹਿਬ ਨੇ ਸਾਨੂੰ ਕੁਛ ਮਕਾਨ ਦਿੱਤੇ, ਕੁਛ ਸਾਨੂੰ ਉਹਨਾਂ ਨੇ ਬੂਥ ਦਿੱਤੇ, ਕੁਛ ਮਕਾਨ ਅਸੀਂ ਲੋਕਾਂ ਨੂੰ ਕਬਜ਼ੇ ਕਰਵਾ ਲਏ, ਸਾਡੇ 'ਤੇ ਪਰਚੇ ਵੀ ਹੋਏ, ਸਭ ਕੁਛ ਹੋਇਆ, ਅਸੀਂ ਚੱਲੇ। ਪਰ ਅਸੀਂ ਹਾਈ ਕੋਰਟ ਦਾ ਸਹਾਰਾ ਲਿਆ, ਸਾਨੂੰ ਸਾਡੇ ਲੋਕਾਂ ਨੂੰ ਕੁਝ ਥੋੜ੍ਹੀ ਜਿਹੀ ਰਾਹਤ ਮਿਲੀ। ਪਰ ਹਜੇ ਸਾਡੇ ਬਹੁਤ ਦੁਨੀਆ ਇਹੋ ਜਿਹੀ ਆ ਜਿਨ੍ਹਾਂ ਨੂੰ ਕੁਛ ਨਹੀਂ ਮਿਲਿਆ, ਸਿਰਫ 2 ਲੱਖ ਮਿਲਿਆ। ਪਰ 2 ਲੱਖ ਨਾਲ ਕੁਛ ਨਹੀਂ ਬਣਦਾ ਹੈਗਾ, ਤੁਸੀਂ ਸਾਰੇ ਖੁਦ ਸਮਝਦਾਰ ਹੋ। ਉਹਨਾਂ ਨੂੰ ਰਿਹਾਇਸ਼ ਲਈ ਮਕਾਨ ਵੀ ਚਾਹੀਦਾ, ਉਹਨਾਂ ਨੂੰ ਕਾਰੋਬਾਰ ਲਈ ਵੀ ਕੁਛ ਚਾਹੀਦਾ। ਕੋਈ ਸਾਡੇ ਬੱਚਿਆਂ ਨੂੰ ਕੋਈ ਨੌਕਰੀ ਨਹੀਂ, ਕੋਈ ਉਹਨਾਂ ਦਾ ਪੜ੍ਹਾਈ ਵਿੱਚ ਕੋਈ ਕੋਟਾ ਨਹੀਂ, ਕੋਈ ਕੁਛ ਨਹੀਂ ਆ। ਹੁਣ ਪਿਛਲੇ 5 ਸਾਲਾਂ ਵਿੱਚ ਕਾਂਗਰਸ ਸਰਕਾਰ ਆਈ, ਇਹਨਾਂ ਨੇ ਫਿਰ ਸਾਨੂੰ ਲਗਾਤਾਰ ਰੱਜ ਕੇ ਤੰਗ ਕੀਤਾ। ਭਾਰਤ ਭੂਸ਼ਣ ਆਸ਼ੂ ਸੀਗਾ, ਇਹਦੇ ਕੁਛ 4-5 ਬੰਦੇ ਹੈਗੇ ਆ, ਇਹਨੇ ਆਪਣੇ ਹੀ ਬੰਦੇ ਜਿਹੜੇ ਹੈਗੇ ਨੇ ਉਹ ਵੀ ਬਾਹਰੋਂ ਆਏ ਦੇ। ਪਰ ਅਗਰ ਕੋਈ ਬਾਹਰੋਂ ਉੱਜੜ ਕੇ ਆਇਆ ਤੇ ਇਹਦਾ ਮਤਲਬ ਆ ਕਿ ਉਹ ਉੱਜੜ ਕੇ ਨਹੀਂ ਆਇਆ, ਉਹ ਆਪਣੀ ਮਰਜ਼ੀ ਨਾਲ ਆ ਗਿਆ। ਜਿਹੜਾ ਆ ਕੇ ਜਿਹਨੇ ਕਾਂਗਰਸ ਜੁਆਇਨ ਕਰ ਲਈ,
ਕਿਉਂ ਅਸੀਂ ਤੇ ਕਾਂਗਰਸ ਦੀ ਅੱਜ ਦਿਨ ਤੱਕ ਹੀ ਸਾਰੀ ਜ਼ਿੰਦਗੀ ਅਸੀਂ ਮਰ ਜਾਵਾਂਗੇ, ਸਾਡੇ ਬੱਚੇ ਵੀ ਨਹੀਂ ਸੋਚ ਸਕਦੇ ਕਿ ਅਸੀਂ ਕਾਂਗਰਸ ਦੇ ਨਾਲ ਮਿਲਾਂਗੇ। ਜਿਨ੍ਹਾਂ ਨੇ ਸਾਡਾ ਆਹ ਕੁਛ ਕੀਤਾ, ਸਾਡੀਆਂ ਧੀਆਂ ਦੀਆਂ ਇੱਜ਼ਤਾਂ ਲੁੱਟ ਲੀਆਂ। ਮੈਂ ਕਹਿੰਦੀ ਹਾਂ ਦਿੱਲੀ ਦੇ ਵਿੱਚ ਜੋ ਕੁਛ ਹੋਇਆ, ਬਾਹਰ ਦਾ ਤੇ ਹਲੀ ਤੁਹਾਨੂੰ ਦੱਸਦੀ। ਦੇਖੋ ਬਖਾਰੋ ਦੇ ਵਿੱਚ ਤੁਹਾਨੂੰ ਸ਼ਾਇਦ ਪਤਾ ਹੋਏਗਾ 88 ਸਾਡੇ ਸਿੱਖਾਂ ਨੂੰ ਜਿੰਦਿਆਂ ਨੂੰ ਸਟੀਲ ਦੀ ਭੱਠੀ ਵਿੱਚ ਪਾ ਦਿੱਤਾ ਗਿਆ। ਉਹਨਾਂ ਦਾ ਕਸੂਰ ਕੀ ਸੀਗਾ ਕਿ ਉਹ ਸਿੱਖ ਸੀਗੇ? ਸਾਡੀਆਂ ਧੀਆਂ ਭੈਣਾਂ ਚੁੱਕ ਕੇ ਗਾਜ਼ੀਆਬਾਦ ਦਾ ਬਾਰਡਰ ਪਾਰ ਕਰਾਸ ਕਰਕੇ ਲੈ ਗਏ, ਅੱਜ ਦਿਨ ਤੱਕ ਮੁੜ ਕੇ ਨਹੀਂ ਘਰਾਂ ਵਿੱਚ ਆਈਆਂ। ਉਹਨਾਂ ਦਾ ਕੀ ਕਸੂਰ ਸੀ? ਉਹ ਸਿੱਖਾਂ ਦੀਆਂ ਧੀਆਂ ਸਨ। ਇਹ ਸਾਡੇ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਪੰਜਾਬ ਵਿੱਚ, ਉਹਨਾਂ ਨੇ ਇਸ ਕਰਕੇ ਦਿੱਤੀਆਂ। ਸਾਡੇ ਗੁਰੂਆਂ ਨੇ ਸ਼ਹਾਦਤਾਂ ਦਿੱਤੀਆਂ, ਸਰਬੰਸ ਵਾਰ ਦਿੱਤੇ, ਉਹਨਾਂ ਨੇ ਇਸ ਕਰਕੇ ਦਿੱਤੀਆਂ ਸਨ। ਸਾਡੇ ਸਿੱਖਾਂ ਦੀਆਂ ਧੀਆਂ ਭੈਣਾਂ ਨਾਲ ਆ ਕੁਛ ਹੋਵੇ, ਜਾਂ ਸਿੱਖਾਂ ਦੇ ਬੱਚਿਆਂ ਨੂੰ ਟੁਕੜੇ ਟੁਕੜੇ ਕਰਕੇ ਉਹਨਾਂ ਦੇ ਉਹ ਕੀਤੇ ਜਾਣ ਜੇ। ਪਰ ਅੱਜ ਹੁਣ ਜਿਹੜੀਆਂ ਪੰਜਾਬ ਦੀ ਸਰਕਾਰ ਹੈਗੀ ਆ, ਕਾਂਗਰਸ ਨੇ ਸਾਡੇ ਕੁਛ ਰੈੱਡ ਕਾਰਡ ਜਿਹੜੇ ਬਣੇ ਦੇ ਸਨ, ਸਾਡੀ ਸ਼ਨਾਖਤੀ ਕਾਰਡ, ਉਹ ਕੈਂਸਲ ਕਰ ਦਿੱਤੇ। ਅਸੀਂ ਉਹ ਲੜਾਈਆਂ ਲੜਦੇ ਪਏ ਹਾਂ। ਆਮ ਆਦਮੀ ਪਾਰਟੀ ਤੋਂ ਹੁਣ ਕੀ ਉਮੀਦਾਂ ਕਰ ਰਹੇ? ਨਵੀਂ ਸਰਕਾਰ ਹੈ, ਇਹਨਾਂ ਤੋਂ ਦੇਖੋ ਸਾਨੂੰ ਉਮੀਦ ਸੀਗੀ ਵੀ ਕਹਿੰਦੇ ਪਏ ਆਮ ਪਾਰਟੀ ਦੀ ਸਰਕਾਰ ਹੈਗੀ ਆ ਅਤੇ ਸ਼ਾਇਦ ਹੋ ਸਕਦਾ ਸਾਡਾ ਵੀ ਕੁਛ ਨਾ ਕੁਛ ਕਰਨ, ਪਰ ਇਹਨਾਂ ਨੇ ਵੀ ਇਸ ਟਾਈਮ ਤੱਕ ਸਾਡਾ ਕੁਛ ਨਹੀਂ ਕੀਤਾ। ਉਲਟਾ ਸਾਡਾ ਕੀ ਹੋਇਆ, ਜੋ ਕਾਂਗਰਸ ਨੇ ਸਾਡੇ ਰੈੱਡ ਕਾਰਡ ਕੈਂਸਲ ਕੀਤੇ ਦੇ ਸਨ, ਇਹਨਾਂ ਨੇ ਸਾਨੂੰ ਫਰਮਾਨ ਜਾਰੀ ਕਰ ਦਿੱਤਾ। ਬਰਸੀ 'ਤੇ ਸਾਡੇ ਜ਼ਖਮਾਂ 'ਤੇ ਇਹਨਾਂ ਨੇ ਮਰਹਮ 'ਤੇ ਕੀ ਲਗਾਣੀ ਸੀ, ਇਹਨਾਂ ਨੇ ਉਲਟਾ ਸਾਡੇ ਜ਼ਖਮ ਕਰੇਦ ਕੇ ਉਹਨਾਂ 'ਤੇ ਨਮਕ ਅਤੇ ਮਿਰਚਾਂ ਪੁੱਗ ਦਿੱਤੀਆਂ। ਸਾਡੇ 135 ਰੈੱਡ ਕਾਰਡ ਕੈਂਸਲ ਕਰ ਦਿੱਤੇ ਅਤੇ ਫਰਮਾਨ ਹੋ ਗਿਆ ਕਿ ਦੀਵਾਲੀ ਤੋਂ ਬਾਅਦ ਅਸੀਂ ਤੁਹਾਡੇ ਕੋਲੋਂ ਮਕਾਨ ਵੀ ਵਾਪਸ ਲਵਾਂਗੇ, 2 ਲੱਖ ਵੀ ਵਾਪਸ ਲਵਾਂਗੇ ਅਤੇ ਪਰਚਾ ਵੀ ਕਰਾਂਗੇ। ਦੇਖੋ ਨਾ ਤੇ ਅਸੀਂ ਕੋਈ ਡਾਕੇ ਮਾਰੇ, ਨਾ ਸਾਡੇ ਲੋਕਾਂ ਨੇ ਕੋਈ ਚੋਰੀ ਕੀਤੀ, ਨਾ ਸਾਡੇ ਲੋਕਾਂ ਨੇ ਕੋਈ ਮਾੜਾ ਕੰਮ ਕੀਤਾ। ਜਦੋਂ ਸਰਕਾਰਾਂ ਨੇ ਇਸ਼ਤਿਹਾਰ ਦਿੱਤੇ ਕਿ ਜਿਹਦਾ ਰੈੱਡ ਕਾਰਡ ਨਹੀਂ ਬਣਿਆ ਉਹ ਆਪਣਾ ਰੈੱਡ ਕਾਰਡ ਬਣਾ ਲਵੇ, ਔਰ ਜਿਹਦੇ ਕੋਲ ਜੋ ਪੇਪਰ ਸੀ ਉਸ ਟਾਈਮ ਉਹਨਾਂ ਨੇ ਉਹ ਪੇਪਰ ਦਿੱਤੇ। ਸਰਕਾਰ ਦੀ ਪੋਲਿਸੀ ਸੀ, ਇੱਕ ਜਿੱਥੋਂ ਅਸੀਂ ਉੱਜੜ ਕੇ ਆਏ ਉੱਥੇ ਦਾ ਐਡਰੈਸ ਚਾਹੀਦਾ। ਅਸੀਂ 85 ਵਿੱਚ ਇੱਥੇ ਪਹੁੰਚ ਗਏ, ਸਾਨੂੰ ਉਹ ਸਬੂਤ ਚਾਹੀਦਾ। ਕੋਈ ਵੀ ਕੋਈ ਕੈਂਪ ਦਾ ਹੋਵੇ, ਗੁਰਦੁਆਰਿਆਂ ਵਿੱਚ ਇੱਥੇ ਕੈਂਪ ਲੱਗੇ ਸਨ, ਕਿਸੇ ਕੋਲ ਕੰਮ ਕੀਤਾ ਉਹ ਲਿਖ ਕੇ ਦੇ ਦੇਵੇ, ਜਾਂ ਕਿਸੇ ਮਕਾਨ ਵਿੱਚ ਕਿਰਾਏ 'ਤੇ ਰਹੇ ਹਾਂ ਉਹ ਮਕਾਨ ਮਾਲਕ ਐਫੀਡੇਵਿਟ ਦੇ ਦੇਵੇ। ਇਹਨਾਂ ਚੀਜ਼ਾਂ ਵਿੱਚੋਂ ਕੋਈ ਵੀ ਹੋ ਜਾਵੇ। ਅਤੇ ਇੱਕ ਜਿਹੜਾ ਅੱਜ ਅਸੀਂ ਜਿੱਥੇ ਰਹਿ ਰਹੇ ਹਾਂ ਉਹਦਾ ਰਿਹਾਇਸ਼ ਦਾ ਪ੍ਰੂਫ ਹੋਵੇ। 3 ਪ੍ਰੂਫਾਂ 'ਤੇ ਸਾਡਾ ਰੈੱਡ ਕਾਰਡ ਆਇਡੈਂਟੀ ਕਾਰਡ ਬਣੇ ਸਨ ਕਿ ਅਸੀਂ ਪਿੱਛੋਂ ਉੱਜੜ ਕੇ ਆਏ ਹੋਏ ਹਾਂ। ਸਭ ਤੋਂ ਪਹਿਲੀ ਵੱਡੀ ਪਛਾਣ ਤਾਂ ਸਾਡੀ ਇਹੀ ਆ, ਆਪਣੇ ਆਪ ਨੂੰ ਕੋਈ ਵੀ ਕਦੀ ਨਹੀਂ ਕਹੇਗਾ ਕਿ ਮੈਂ ਉੱਜੜ ਕੇ ਆਇਆ। ਠੀਕ ਹੈ ਜੀ। ਔਰ ਇਹਨਾਂ ਨੇ ਆਉਂਦਿਆਂ ਹੀ ਕੀ ਕੀਤਾ ਕਿ ਕਾਂਗਰਸ ਨੇ ਜਿਹੜੇ ਕੈਂਸਲ ਕੀਤੇ ਸਨ, ਉਹ ਇਹਨਾਂ ਨੇ ਆਉਂਦਿਆਂ ਨੇ ਸਾਨੂੰ ਫਰਮਾਨ ਜਾਰੀ ਕਰ ਦਿੱਤੇ, ਤੁਹਾਡੇ ਕਾਰਡ ਕੈਂਸਲ ਕਰ ਦਿੱਤੇ FCR ਨੇ, ਅਤੇ ਤੁਹਾਡੇ ਕੋਲੋਂ ਸਾਰੀਆਂ ਸਹੂਲਤਾਂ ਵਾਪਸ ਲਈਆਂ। ਹੁਣ ਅਸੀਂ ਸਿੰਘ ਸਾਹਿਬ ਕੋਲ ਜਾ ਕੇ ਆਏ ਹਾਂ ਅੱਜ ਤੋਂ 4 ਦਿਨ ਪਹਿਲੇ। ਅਸੀਂ ਸਿੰਘ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਕਿ ਸਿੰਘ ਸਾਹਿਬ ਜੀ ਤੁਸੀਂ ਦਖਲ ਦਿਓ ਇਸ ਚੀਜ਼ ਵਿੱਚ, ਤੁਸੀਂ ਮਾਨ ਸਰਕਾਰ ਨੂੰ ਕਹੋ ਕਿ ਭਈ ਸਾਡੇ ਜਿਹੜੇ ਲੋਕ ਪਹਿਲੇ ਹੀ ਉੱਜੜ ਕੇ ਆਏ, 38 ਸਾਲ ਹੋ ਗਏ ਦਰ ਦੀਆਂ ਠੋਕਰਾਂ ਖਾ ਰਹੇ ਨੇ, ਤੁਸੀਂ ਇਹਨਾਂ ਨੂੰ ਹੋਰ ਜ਼ਿਆਦਾ ਪਰੇਸ਼ਾਨ ਨਾ ਕਰੋ, ਨਾ ਇਹਨਾਂ ਨੂੰ ਜਲੀਲ ਕਰੋ ਅਤੇ ਇਹਨਾਂ ਦੇ ਕਾਰਡ ਬਹਾਲ ਕਰੋ। ਚਲੋ ਸਿੰਘ ਸਾਹਿਬ ਨੇ ਸਾਡੇ ਕੋਲੋਂ ਮੰਗ ਪੱਤਰ ਲਿਆ, ਉਹਨਾਂ ਨੇ ਬਹੁਤ ਸਾਨੂੰ ਤਸੱਲੀ ਦਿੱਤੀ, ਬੜੀ ਉਹਨਾਂ ਨੇ ਮਤਲਬ ਧੀਰਜ ਨਾਲ ਗੱਲ ਸੁਣੀ। ਉਹਨਾਂ ਨੇ ਕਿਹਾ ਕਿ ਪੂਰੀ ਸਿੱਖ ਕੌਮ ਤੁਹਾਡੇ ਪਿੱਛੇ ਖੜੀ ਆ, ਤੁਹਾਡੇ ਨਾਲ ਅਸੀਂ ਇਹੋ ਜਿਹਾ ਕੁਛ ਵੀ ਨਹੀਂ ਹੋਣ ਦੇਵਾਂਗੇ। ਔਰ ਕੁਦਰਤੀ ਉਸੀ ਦਿਨ ਭਗਵੰਤ ਮਾਨ ਜੀ ਉੱਥੇ ਗਏ ਹੋਏ ਸਨ, ਮੁੱਖ ਮੰਤਰੀ ਸਾਹਿਬ, ਉਹ ਸਿੰਘ ਸਾਹਿਬ ਨੂੰ ਮਿਲਣ, ਔਰ ਸ਼ਾਇਦ ਇਹਨਾਂ ਦੀ ਗੱਲ ਹੋਈ ਆ। ਸਿੰਘ ਸਾਹਿਬ ਨੇ ਸਾਡਾ ਮੰਗ ਪੱਤਰ ਵੀ ਦੇ ਦਿੱਤਾ ਅਤੇ ਆਪਣਾ ਇੱਕ DO ਲੈਟਰ ਵੀ ਲਿਖ ਕੇ ਦਿੱਤਾ ਕੌਮ ਵੱਲੋਂ, ਆਪਣੇ ਵੱਲੋਂ। ਪਰ ਇਹਨਾਂ ਨੇ ਹਜੇ ਸਾਨੂੰ ਫਰਮਾਨ ਜਾਰੀ ਕਰ ਦਿੱਤਾ। ਅਸੀਂ ਰਾਤ ਵੀ ਜਾ ਕੇ ਆਏ ਹੈਗੇ ਹਾਂ, ਆਪਣੇ ਵਕੀਲਾਂ ਕੋਲ ਜਾ ਕੇ ਆਏ ਹਾਂ ਕਿ ਸਾਡੀ ਮਦਦ ਕਰੋ ਕਿ ਸਾਡੇ ਲੋਕ ਅਗਰ ਉੱਜੜ ਗਏ, ਅਗਰ ਹੁਣ ਕਿਸੇ ਕੋਲੋਂ ਮਕਾਨ ਛੱਤ ਚੱਲੀ ਗਈ, ਕਿਸੇ ਦਾ 2 ਲੱਖ ਰੁਪਇਆ ਜਿਹੜਾ ਵਾਪਸ ਹੋ ਗਿਆ, ਜਾਂ ਕਿਸੇ 'ਤੇ ਪਰਚਾ ਪੈ ਗਿਆ, ਅਤੇ ਉਹ ਲੋਕ ਸ਼ਾਇਦ ਜ਼ਿੰਦਗੀ ਵਿੱਚ ਮੁੜ ਕੇ ਠੀਕ ਨਹੀਂ ਹੋ ਸਕਣਗੇ। ਅਤੇ ਉਹਨਾਂ ਲੋਕਾਂ ਦੀ ਜਿਹੜੀ ਲੜਾਈ ਆ, ਮੈਂ ਆਪਣੇ 'ਤੇ ਆ ਕੇ ਕਹਿੰਦੀ ਹਾਂ ਵੀ ਮੈਂ ਲੜੂੰਗੀ ਉਹਨਾਂ ਲੋਕਾਂ ਵਾਸਤੇ, ਚਾਹੇ ਮੈਨੂੰ ਆਪਣੀ ਜਾਨ ਕਿਉਂ ਨਾ ਦੇਣੀ ਪਵੇ। ਅਤੇ ਮੈਂ ਇਹ ਐਲਾਨ ਉੱਥੇ ਵੀ ਕਰਕੇ ਆਈ ਹਾਂ ਦਰਬਾਰ ਸਾਹਿਬ ਕਿ ਅਗਰ ਸਾਡੇ ਲੋਕਾਂ ਦੇ ਰੈੱਡ ਕਾਰਡ ਬਹਾਲ ਨਾ ਕੀਤੇ ਗਏ ਮਹੀਨੇ ਦੇ ਵਿੱਚ ਫਿਰ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਉਹ ਲੀਕ ਕੇ 5 ਬੀਬੀਆਂ 5 ਬੰਦੇ ਅਸੀਂ ਉਹਨਾਂ ਦੀ ਮਾਨ ਦੀ ਕੋਠੀ ਅੱਗੇ ਜਾ ਕੇ, ਮੁੱਖ ਮੰਤਰੀ ਦੀ ਕੋਠੀ ਅੱਗੇ ਆਤਮਦਾਹ ਕਰਾਂਗੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।